ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਵਾਗਤ ਹੈ ਜੀ ਤੁਹਾਡੇ ਆਪਣੇ ਨਿਊਜ਼ ਚੈਨਲ ਸਪੇਨ ਨਿਊਜ਼ ਗੁਰਜੀਤ ਸਿੰਘ YouTube ਚੈਨਲ ਦੇ ਉੱਤੇ। ਤੇ ਅੱਜ ਦੀਆਂ ਖਬਰਾਂ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਜੀ। ਅੱਜ ਦੀਆਂ ਖਬਰਾਂ ਹੁਣ ਕਰਦੇ ਹਾਂ ਜੀ ਸ਼ੁਰੂ ਜੀ। ਸਭ ਤੋਂ ਪਹਿਲੀ ਖਬਰ ਜੀ ਕਤਲੋਨੀਆ ਦੀ। ਕਤਲੋਨੀਆ ਬਾਰਸਲੋਨਾ ਦੇ ਵਿੱਚ ਧੋਖੇ ਦੇ ਕੇਸ ਜਿਹੜਾ ਉਹ ਅੱਜ ਤੋਂ ਖਤਮ ਕਰ ਦਿੱਤਾ ਗਿਆ ਹੈ। ਕੱਲ ਦੀਆਂ ਖਬਰਾਂ ਦੇ ਵਿੱਚ ਆਪਾਂ ਜੋ ਦੱਸਿਆ ਸੀ ਕਿ ਧੋਖੇ ਦੇ ਕੇਸ ਜਿਹੜਾ ਅੱਗੇ ਵਧਾ ਦਿੱਤਾ ਗਿਆ ਹੈ, ਪਰ ਜੋ TSJC ਜਿਹੜਾ ਮਹਿਕਮਾ ਹੈ ਬਾਰਸਲੋਨਾ ਦੇ ਵਿੱਚ, ਉਹਨਾਂ ਨੇ ਧੋਖੇ ਦੇ ਕੇਸ ਅੱਗੇ ਵਧਾਉਣ ਤੇ ਜਿਹੜੀ ਆ ਅੱਜ ਰੋਕ ਲਾ ਦਿੱਤੀ ਹੈ। ਤੇ ਅੱਜ ਤੋਂ ਬਾਅਦ ਜਿਹੜਾ ਧੋਖੇ ਦੇ ਕੇਸ ਉਹਨਾਂ ਨੇ ਖਤਮ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਜਿਹੜਾ ਹੈ ਹੁਣ ਖੁੱਲੇ ਆਮ ਜਿਹੜਾ ਹੈ ਰਾਤ ਨੂੰ, ਕਿਉਂਕਿ ਟੂਰਿਸਟ ਜਿਹੜਾ ਹੈ ਬਹੁਤ ਜ਼ਿਆਦਾ ਆਇਆ ਹੈ ਧੋਖੇ ਦੇ ਕੇਸ ਕਰਕੇ, ਉਹ ਵੀ ਬਹੁਤ ਜਿਹੜਾ ਪਰੇਸ਼ਾਨ ਹੋ ਰਿਹਾ ਹੈ। ਟੂਰਿਸਟ ਨੂੰ ਹੋਰ ਅਟਰੈਕਟ ਕਰਨ ਲਈ ਜਿਹੜਾ ਧੋਖੇ ਦੇ ਕੇਸ ਜਿਹੜਾ ਹੈ TSJC ਵੱਲੋਂ ਜਿਹੜਾ ਹੈ ਉਹ ਰੱਦ ਕਰ ਦਿੱਤਾ ਗਿਆ ਹੈ। ਹੁਣ ਜਿਹੜਾ ਬਾਰਸਲੋਨਾ ਜਿਹੜਾ ਹੈ ਧੋਖੇ ਦੇ ਕੇਸ ਤੋਂ ਫ੍ਰੀ ਜਿਹੜਾ ਹੋ ਗਿਆ ਹੈ ਜੀ। ਬਾਰਸਲੋਨਾ ਦੇ ਵਿੱਚ ਧੋਖੇ ਦੇ ਕੇਸ ਖਤਮ ਹੋ ਗਿਆ ਹੈ, ਪਰ ਬਾਰਸਲੋਨਾ ਤੋਂ ਇਲਾਵਾ ਜਿਹੜਾ ਹੈ 19 ਮਿਊਨਿਸਿਪਲ ਦੇ ਵਿੱਚ ਜਿਹੜਾ ਧੋਖੇ ਦੇ ਕੇਸ ਉਹ ਲਗਾਤਾਰ ਬਰਕਰਾਰ ਹੈ ਜੀ। 19 ਮਿਊਨਿਸਿਪਲ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੇਸ ਜਿਹੜੇ ਆ ਵਾਧੇ ਹਨ, ਉਹਨਾਂ ਦੇ ਵਿੱਚ TSJC ਨੇ ਜਿਹੜਾ ਧੋਖੇ ਦੇ ਕੇਸ ਜਿਹੜਾ ਬਰਕਰਾਰ ਰੱਖਣ ਦੀ ਗੱਲ ਕੀਤੀ ਹੈ। ਇਹ 19 ਮਿਊਨਿਸਿਪਲ ਦੇ ਵਿੱਚ ਜਿਹੜਾ ਉਹ ਅਗਲੇ ਜਿਹੜਾ ਨਾਮ ਆਪਾਂ ਬੋਲਾਂਗੇ, ਉਹਨਾਂ ਦੇ ਵਿੱਚ ਜਿਹੜਾ 19 ਮਿਊਨਿਸਿਪਲਾਂ ਦੇ ਵਿੱਚ ਧੋਖੇ ਦੇ ਕੇਸ ਜਿਹੜਾ ਹੈ ਇਸੇ ਤਰ੍ਹਾਂ ਹੀ ਬਰਕਰਾਰ ਹੈ। ਰਾਤ ਤੇ 1 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਧੋਖੇ ਦੇ ਕੇਸ ਇਹਨਾਂ ਮਿਊਨਿਸਿਪਲਾਂ ਦੇ ਵਿੱਚ ਬਰਕਰਾਰ ਹੈ ਜੀ। ਪਹਿਲੀ ਮਿਊਨਿਸਿਪਲ ਹੈ ਜੀ ਅਲਕਾਰਾਸ ਦੇ ਵਿੱਚ ਧੋਖੇ ਦੇ ਕੇਸ ਜਿਹੜਾ ਬਰਕਰਾਰ ਹੈ ਜੀ। ਅੰਪੋਸਤਾ ਆਰੇਸ ਦੇ ਮੁਨਤ, ਬਾਦੀਆ ਦੇ ਬਾਈਐਸ, ਬਾਲਾਗੇਰ, ਬਾਨੇਓਲੇਸ, ਕਾਲਾਫੇਲ, ਸੀਲਰਾ, ਸਰਵੀਓ ਗਲੇਦਾ, ਮਾਨੇਓ, ਮਾਰਤੋਰੇਲ, ਮੋਂਤਬਲਾਕ, ਮੋਰਾ ਦੇ ਏਬਰਾ, ਪਾਲਾਫੋਲਸ, ਸਾਲਟ, ਸੰਤ ਫਲੂ ਦੇ ਗਿਸ਼ੋਸ਼, ਸਰੀਆ ਦੇ ਤੇਰ, ਤੋਰੀਆ ਦੇ ਮੁੰਤਗੀ। ਇਹਨਾਂ ਮਿਊਨਿਸਿਪਲਾਂ ਦੇ ਵਿੱਚ ਧੋਖੇ ਦੇ ਕੇਸ ਜਿਹੜਾ ਹੈ ਉਹ ਰਾਤ ਦੇ 1 ਵਜੇ ਤੋਂ ਲੈ ਕੇ 6 ਵਜੇ ਤੱਕ ਬਰਕਰਾਰ ਰਹੇਗਾ ਜੀ। ਕਤਲੋਨੀਆ ਦੇ ਵਿੱਚ ICU ਦੇ ਵਿੱਚ ਜਿਹੜੇ ਕੇਸ ਹੈ ਉਸ ਦਾ ਕੁਰਬਾ ਜਿਹੜਾ ਹੈ ਉਹ ਬਹੁਤ ਘਟ ਗਿਆ ਹੈ। ਗ੍ਰਾਫ ਜਿਹੜਾ ਹੈ ਬਹੁਤ ਜਿਹੜਾ ਥੱਲੇ ਆ ਗਿਆ ਹੈ ਜੀ। ਬਹੁਤ ਸਾਰੇ ਲੋਕ ICU ਵਿੱਚੋਂ ਠੀਕ ਹੋ ਕੇ ਜਿਹੜੇ ਆ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ ਜੀ। ਤੇ ਜਿਹੜੇ ਨਵੇਂ ਕੇਸ ਹੈ ICU ਦੇ ਵਿੱਚ ਨਾ ਮਾਤਰ ਜਿਹੜੇ ਆ ਉਹ ਆ ਰਹੇ ਆ ਜੀ। ਕਤਲੋਨੀਆ ਸਲੂਦ ਨੇ ਕਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਹੀ 1 ਹਫ਼ਤਾ ਹੋ ਰਿਹਾ ਤੇ ਇਹ ਮੰਨਣਾ ਹੋਵੇਗਾ ਕਿ ਕਤਲੋਨੀਆ ਦੇ ਵਿੱਚ ਜੋ ਪੰਜਵਾਂ ਓਲਾ ਜਿਹੜੀ ਪੰਜਵੀਂ ਲਹਿਰ ਹੈ ਜਿਹੜੀ ਕਰੋਨਾ ਵਾਇਰਸ ਦੀ, ਉਸ ਦੇ ਉੱਤੇ ਕਤਲੋਨੀਆ ਨੇ ਬ੍ਰੇਕ ਲਗਾ ਦਿੱਤੀ ਹੈ। ਪੰਜਵੀਂ ਲਹਿਰ ਜਿਹੜੀ ਹੈ ਕਤਲੋਨੀਆ ਦੇ ਵਿੱਚ ਹੁਣ ਪ੍ਰਵੇਸ਼ ਜਿਹੜੀ ਹੈ ਨਹੀਂ ਕਰੇਗੀ। ਕਤਲੋਨੀਆ ਨੇ ਜਿਹੜਾ ਇਸ ਤੇ ਬ੍ਰੇਕ ਲਗਾ ਦਿੱਤੀ ਹੈ। ਜੇਕਰ ਇਹ 1 ਹਫ਼ਤਾ ਇਸੇ ਤਰ੍ਹਾਂ ਹੀ ICU ਵਿੱਚ ਕੇਸ ਜਿਹੜੇ ਆ ਉਹ ਘਟਦੇ ਰਹੇ, ਨਵੇਂ ਕੇਸ ਨਾ ਆਏ, ਤੇ ਕਤਲੋਨੀਆ ਨੇ ਪੰਜਵੀਂ ਲਹਿਰ ਤੇ ਬ੍ਰੇਕ ਲਗਾ ਦਿੱਤੀ ਹੈ ਜੀ। ਰਾਤ ਦੇ ਟਾਈਮ ਜਿਹੜਾ ਹੈ ਸ਼ਹਿਰੀ ਇਲਾਕਿਆਂ ਦੇ ਵਿੱਚ ਗਵਰਨਰ ਵੱਲੋਂ ਪੁਲਿਸ ਦੇ ਵਿੱਚ ਜਿਹੜਾ ਵਾਧਾ ਕਰ ਦਿੱਤਾ ਹੈ। ਪੁਲਿਸ ਦੀ ਤਾਇਨਾਤੀ ਜਿਹੜੀ ਵਧਾ ਦਿੱਤੀ ਹੈ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਫੇਸਤੀਆਂ ਦੇ ਵਿੱਚ ਜਿਹੜਾ ਉਹ ਲੜਾਈਆਂ ਕਰਦੇ ਹਨ ਅਤੇ ਇਹ ਜੋ ਚੋਰੀ ਹੈ ਬਹੁਤ ਜ਼ਿਆਦਾ ਜਿਹੜੀ ਆ ਫੇਸਤੀਆਂ ਦੇ ਵਿੱਚ ਤਕਰੀਬਨ ਵੱਧਦੀ ਨਜ਼ਰ ਆ ਰਹੀ ਹੈ। ਧੋਖੇ ਦੇ ਕੇਸ ਦਾ ਖਤਮ ਹੋਣ ਤੇ ਜਿਹੜੇ ਆ ਲੋਕ ਹੁਣ ਬਹੁਤ ਸਾਰੇ ਘਰਾਂ ਤੋਂ ਬਾਹਰ ਰਾਤ ਦੇ ਵੇਲੇ ਵੀ ਨਿਕਲਣਗੇ, ਜਿਸ ਕਰਕੇ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੈ ਅਨਸੁਖਾਵੀਆਂ ਘਟਨਾਵਾਂ ਜਿਹੜੀਆਂ ਹੋਣ ਦਾ ਵੀ ਖਤਰਾ ਬਰਕਰਾਰ ਹੈ ਜੀ। ਇਸ ਕਰਕੇ ਰਾਤ ਦੇ ਟਾਈਮ ਜਿਹੜਾ ਹੈ ਉਹ ਸ਼ਹਿਰੀ ਇਲਾਕਿਆਂ ਦੇ ਵਿੱਚ ਪੁਲਿਸ ਦੇ ਗਸ਼ਤ ਦੇ ਵਿੱਚ ਵਾਧਾ ਕਰ ਦਿੱਤਾ ਹੈ। ਪੁਲਿਸ ਦੀ ਤਾਇਨਾਤੀ ਜਿਹੜੀ ਆ ਉਹ ਵਧਾ ਦਿੱਤੀ ਹੈ ਜੀ। ਸਪੇਨ ਨੇ ਅਫਗਾਨਿਸਤਾਨ ਦੇ ਲਈ ਆਪਣਾ ਪੋਰਤਾ ਉਬੇਰਤਾ ਕਰ ਦਿੱਤਾ ਹੈ। ਕੋਈ ਵੀ ਅਫਗਾਨਿਸਤਾਨ ਤੋਂ ਜਿਹੜਾ ਸਪੇਨ ਦੇ ਵਿੱਚ ਨਾਰਮਲ ਹੀ ਇੰਟਰ ਹੋ ਸਕਦਾ ਹੈ।
ਉਸ ਨੂੰ ਪੂਰੇ ਜਿਹੜੇ ਆ ਉਹ ਦਰੇਚੋ ਜਿਹੜੇ ਆ ਸਪੇਨ ਵੱਲੋਂ ਦਿੱਤੇ ਜਾਣਗੇ ਜੀ। ਸਪੇਨ ਨੇ ਐਲਾਨ ਕਰ ਦਿੱਤਾ ਹੈ ਅਫਗਾਨਿਸਤਾਨ ਨੂੰ ਜਿਹੜਾ ਹੈ ਇੱਥੇ ਦੇ ਪੇਪਰ ਜਿਹੜੇ ਆ ਉਹ ਆਉਂਦੇ ਹੀ ਮਿਲ ਜਾਣਗੇ ਜੀ। ਸਪੇਨ ਦੇ ਵਿੱਚ ਤੋਰੇਖੋਨ ਜਿਹੜੀ ਹੈ ਇੱਕ ਜਗ੍ਹਾ ਗੋਬੇਰਨੋ ਨੇ ਸਿਲੈਕਟ ਕੀਤੀ ਹੈ। ਤੋਰੇਖੋਨ ਦੇ ਵਿੱਚ ਜਿਹੜਾ ਜੋ ਵੀ ਅਫਗਾਨਿਸਤਾਨ ਤੋਂ ਆਵੇਗਾ ਉਸ ਨੂੰ ਪਹਿਲਾਂ ਸਪੇਨ ਦੇ ਤੋਰੇਖੋਨ ਦੇ ਵਿੱਚ ਰੱਖਿਆ ਜਾਵੇਗਾ। ਉਸ ਦੀ ਜਿਹੜੀ ਹੈ ਪੂਰੀ ਤਫਤੀਸ਼ ਜਿਹੜੀ ਹੈ ਉਹ ਕੀਤੀ ਜਾਵੇਗੀ। ਤਫਤੀਸ਼ ਕਰਨ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਉਸ ਨੂੰ ਜਿਹੜਾ ਹੈ ਪੂਰੇ ਦਰੇਚੋ ਦੇ ਕੇ ਤੋਰੇਖੋਨ ਤੋਂ ਜਿਹੜਾ ਹੈ ਸਪੇਨ ਨੂੰ ਜਿਹੜਾ ਉਹ ਭੇਜਿਆ ਜਾਵੇਗਾ, ਸਪੇਨ ਦੇ ਸ਼ਹਿਰਾਂ ਨੂੰ ਭੇਜਿਆ ਜਾਵੇਗਾ। ਤੋਰੇਖੋਨ ਜਿਹੜੀ ਹੈ ਉਹ ਸਪੇਨ ਨੇ ਜਗ੍ਹਾ ਸਿਲੈਕਟ ਕੀਤੀ ਹੈ ਤੇ ਲੋਕਾਂ ਨੂੰ ਜਿਹੜੇ ਮਜਬੂਰ ਲੋਕਾਂ ਨੂੰ ਉੱਥੋਂ ਲਿਆਉਣ ਲਈ ਸਪੇਨ ਨੇ ਆਪਣੇ ਕਈ ਮਿਲੀਟਾਰ ਜਿਹੜੇ ਜਹਾਜ਼ ਹੈ ਉਹ ਅਫਗਾਨਿਸਤਾਨ ਨੂੰ ਰਵਾਨਾ ਕਰ ਦਿੱਤੇ ਹਨ ਜੀ। ਤੋਕੇ ਦੇ ਕੈਦਾ ਖਤਮ ਹੋਣ ਤੇ ਜਿਹੜਾ ਹੈ ਆਕਸੀਜਨ ਨੋਕਟਰਨੋ ਨੇ ਗੋਬੇਰਨੋ ਅੱਗੇ ਪਟੀਸ਼ਨ ਪਾ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਗੋਬੇਰਨੋ ਤੋਕੇ ਦੇ ਕੈਦਾ ਖਤਮ ਹੋਣ ਤੇ ਹੁਣ ਆਕਸੀਜਨ ਨੋਕਟਰਨੋ ਵੀ ਜਿਹੜੀ ਹੈ ਹਰੀ ਝੰਡੀ ਦੇ ਦਿੱਤੀ ਜਾਵੇ। ਰਾਤ ਦੇ ਡਿਸਕੋਟੇਕਾਸ ਜਿਹੜੇ ਆ ਖੋਲ ਦਿੱਤੇ ਜਾਣ, ਕਿਉਂਕਿ ਜੇਕਰ ਡਿਸਕੋਟੇਕਾ ਖੁੱਲੇ ਹੋਣਗੇ ਤੇ ਸਾਰੇ ਹੀ ਜਿਹੜੇ ਲੋਕ ਹੈ ਉਹ ਡਿਸਕੋਟੇਕਾ ਦੇ ਵਿੱਚ ਜਾਣਗੇ, ਨਹੀਂ ਤਾਂ ਉਹ ਜਿਹੜੇ ਸੜਕਾਂ ਦੇ ਵਿੱਚ ਤੇ ਪਾਰਕਾਂ ਦੇ ਵਿੱਚ ਹੱਲਾ ਗੁੱਲਾ ਕਰਨਗੇ ਤੇ ਉੱਥੇ ਹੀ ਜਿਹੜੀ ਡਰਿੰਕ ਵਗੈਰਾ ਕਰਿਆ ਕਰਨਗੇ ਤੇ ਜਿਸ ਨਾਲ ਲੜਾਈਆਂ ਹੋਣ ਦਾ ਵੀ ਖਤਰਾ ਹੈ। ਇਸ ਕਰਕੇ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਸਾਰੀਆਂ ਗੱਲਾਂ ਲਿਖ ਕੇ ਗੋਬੇਰਨੋ ਦੇ ਅੱਗੇ ਜਿਹੜੀ ਹੈ ਅੱਜ ਇਹ ਪਟੀਸ਼ਨ ਪਾ ਦਿੱਤੀ ਹੈ ਕਿ ਤੋਕੇ ਦੇ ਕੈਦਾ ਖੁੱਲਣ ਤੇ ਆਕਸੀਜਨ ਨੋਕਟਰਨੋ ਨੂੰ ਵੀ ਖੋਲ ਦੇਣਾ ਚਾਹੀਦਾ ਹੈ ਜੀ। ਹਾਤੀ ਦੇ ਵਿੱਚ ਜੋ ਪਿਛਲੇ ਦਿਨੀ ਭੂਚਾਲ ਆਇਆ ਸੀਗਾ ਜੀ, ਉਸ ਦੇ ਵਿੱਚ ਜੋ ਨਵੀਆਂ ਜੋ ਰਿਕਾਰਡ ਦੇ ਮੁਤਾਬਕ ਜਿਹੜੀਆਂ ਮੌਤਾਂ ਦੀ ਗਿਣਤੀ ਤੇ ਜ਼ਖਮੀਆਂ ਦੀ ਗਿਣਤੀ ਜਿਹੜੇ ਨਵਾਂ ਗ੍ਰਾਫ ਜਿਹੜਾ ਆਇਆ ਹੈ ਉਸ ਦੇ ਵਿੱਚ 2000 ਲੋਕਾਂ ਦੀ ਜਿਹੜੀ ਹੈ ਮੌਤ ਦਰ ਪਹੁੰਚ ਗਈ ਹੈ ਜੀ। 2000 ਲੋਕ ਜਿਹੜੇ ਆ ਉਹਨਾਂ ਦੀ ਹਾਤੀ ਦੇ ਵਿੱਚ ਡੈਥ ਹੋ ਚੁੱਕੀ ਹੈ ਤੇ ਅਜੇ ਵੀ ਉੱਥੇ ਜਿਹੜੀ ਹੈ ਲੋਕਾਂ ਨੂੰ ਅਜੇ ਥੱਲਿਓਂ ਕੱਢ ਰਹੇ ਹਨ, ਲੱਭ ਰਹੇ ਹਨ ਅਤੇ 2 ਲੱਖ ਲੋਕ ਜਿਹੜੇ ਆ ਹਾਤੀ ਦੇ ਵਿੱਚ ਜ਼ਖਮੀ ਹੋ ਗਏ ਹਨ ਜੀ। ਬਹੁਤ ਸਾਰੇ ਦੇਸ਼ਾਂ ਨੇ ਜਿਹੜਾ ਹੈ ਵਿੱਤੀ ਸਹਾਇਤਾ, ਮਾਲੀ ਸਹਾਇਤਾ ਜਿਹੜੀ ਹੈ ਉਹ ਹਾਤੀ ਨੂੰ ਭੇਜੀ ਹੈ ਤੇ ਬਹੁਤ ਸਾਰੀਆਂ NGOs ਜਿਹੜੀਆਂ ਹਨ ਹੁਣ ਹਾਤੀ ਵੱਲ ਆਪਣਾ ਰੁਖ ਜਿਹੜਾ ਉਹਨਾਂ ਨੇ ਕਰ ਲਿਆ ਹੈ। ਬਹੁਤ ਸਾਰੇ ਜਿਹੜੇ ਆ ਉੱਥੇ ਮਦਦ ਲਈ ਪਹੁੰਚ ਗਏ ਹਨ ਜੀ। ਸਾਲੂਦ ਦੇ ਸਪੇਨ ਨੇ ਕਿਹਾ ਹੈ ਕਿ ਫਾਈਜ਼ਰ ਵੈਕਸੀਨ ਜਿਹੜਾ ਹੈ ਉਸ ਦੀ ਤੀਸਰੀ ਡੋਜ਼ ਜਿਹੜੀ ਹੈ ਉਹ ਵੀ ਬਹੁਤ ਸਾਰੇ ਮੈਸੇਜ ਜਿਹੜੇ ਆ ਹੁਣ ਆਉਣ ਲੱਗ ਗਏ ਹਨ। ਲੋਕਾਂ ਨੂੰ ਤੀਸਰੀ ਡੋਜ਼ ਵੀ ਲਵਾਉਣੀ ਪਏਗੀ। 80% ਸਰੀਰ ਦੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਜਿਹੜੀ ਹੈ ਤੀਸਰੀ ਡੋਜ਼ ਜਿਹੜੀ ਹੈ ਉਹ ਜਿਹੜੀ ਲੱਗੇਗੀ ਉਸ ਦੇ ਨਾਲ ਜਿਹੜਾ ਹੈ ਫਾਈਜ਼ਰ ਵੈਕਸੀਨ ਜਿਹੜਾ ਉਸ ਦੀ ਡੋਜ਼ ਜਿਹੜੀ ਤੀਸਰੀ ਲੱਗੇਗੀ ਉਸ ਦੇ ਨਾਲ ਜਿਹੜਾ 80% ਸਰੀਰ ਦੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਵੱਧ ਜਾਏਗੀ। ਇਮਿਊਨਿਟੀ ਜਿਹੜਾ ਸਿਸਟਮ ਹੈ ਉਹ ਵੱਧ ਪੈਦਾ ਹੋਏਗਾ। ਉਹਨਾਂ ਨੇ ਰეკਮੈਂਡ ਜਿਹੜਾ ਹੈ ਫਾਈਜ਼ਰ ਵੈਕਸੀਨ ਕੀਤਾ ਹੈ। ਤੀਸਰੀ ਡੋਜ਼ ਜਿਹੜੀ ਹੈ ਫਾਈਜ਼ਰ ਵੈਕਸੀਨ ਦੀ ਹੀ ਲਵਾਉਣ ਲਈ ਸਲੂਦ ਸਪੇਨ ਨੇ ਕਿਹਾ ਹੈ ਜੀ, ਜਿਸ ਦੇ ਨਾਲ ਤੁਹਾਡਾ 80% ਸਰੀਰ ਦੇ ਵਿੱਚ ਪ੍ਰੋਟੈਕਸ਼ਨ ਜਿਹੜੀ ਹੈ ਉਹ ਵੱਧ ਜਾਵੇਗੀ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਤੁਹਾਡੇ ਸਵਾਲਾਂ ਦੇ ਜਵਾਬਾਂ ਦੀ ਜੀ। ਜਸਵੀਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਕਿਹਾ ਹੈ ਤੇ ਕਿਸ਼ਨ ਸੈਣੀ ਵੱਲੋਂ ਜੀ ਸਤਿ ਸ੍ਰੀ ਅਕਾਲ ਵੀਰ ਜੀ, ਮੇਰੇ ਪਾਸਪੋਰਟ ਤੇ ਵੀਜ਼ਾ ਲੱਗਾ ਇਟਲੀ ਦਾ ਤੇ ਉਹਦੇ ਦੇ ਲਈ ਇਟਲੀ ਦੇ ਪਾਸ PCC ਦੀ ਲੋੜ ਪਊ ਜਾਂ ਫਿਰ ਉਹ ਸੋਲੂਸ਼ਨ ਹੈਗਾ। ਦੇਖੋ ਜੀ, ਜਿਹੜੇ ਜੇਕਰ ਤੁਹਾਡਾ ਪਾਸਪੋਰਟ ਜ਼ਿਆਦਾ ਆਨੀਅਸ ਦੇ ਲਈ ਵੈਲਿਡ ਹੈਗਾ ਤੇ ਤੁਹਾਨੂੰ PCC ਦੀ ਜਿਹੜੀ ਲੋੜ ਹੈ ਉਹ ਪੈਣੀ ਹੈ ਤੇ PCC ਜਿਹੜੀ ਹੈ ਉਹਨੂੰ ਘੱਟੋ ਘੱਟ 1 ਮੰਥ ਜਿਹੜਾ ਹੈ ਉਹ ਲੱਗ ਜਾਂਦਾ। ਇਸ ਕਰਕੇ ਤੁਸੀਂ ਜਿਹੜਾ ਜੇ ਆਪਣਾ ਟਾਈਮ ਦੇਖ ਲਓ ਕਿੰਨਾ ਕੁ ਤੁਹਾਡੇ ਕੋਲ ਟਾਈਮ ਹੈਗਾ ਤੇ ਉਹਦੇ ਹਿਸਾਬ ਨਾਲ PCC ਜਿਹੜੀ ਅਪਲਾਈ ਕਰ ਲਓ ਜੀ। ਜਿੰਦਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਭਾਜੀ ਤੇ ਸੁਖਵਿੰਦਰ ਸਿੰਘ ਸੋਨੂੰ ਵੱਲੋਂ ਜੀ ਭਾਜੀ ਸਤਿ ਸ੍ਰੀ ਅਕਾਲ। ਪ੍ਰੈਗਨੈਂਟ ਲੇਡੀ ਦੇ ਲਈ ਜਿਹੜਾ ਕੰਮ ਨਾ ਕਰਦੀ ਹੋਵੇ ਤੇ ਕੋਈ ਅਜੂਦਾ ਲੈ ਸਕਦੀ ਆ? ਬੱਚੇ ਦੀ ਅਜੂਦਾ ਕਿਵੇਂ ਤੇ ਕਿੱਥੇ ਅਪਲਾਈ ਹੁੰਦੀ ਆ? ਅਜੂਦਾ ਦੇ ਨੈਸੀਮੈਂਟੋ ਭਾਜੀ ਉਹ ਸਗੋਰੀ ਦਾ ਸੁਸ਼ਾਲ ਦੇ ਵਿੱਚ ਹੋਣੀ। ਜੇਕਰ ਲੇਡੀਜ਼ ਕੰਮ ਨਹੀਂ ਕਰਦੀ ਤਾਂ ਸਗੋਰੀ ਸੁਸ਼ਾਲ ਦੇ ਅਜੂਦਾ ਜਿਹੜੇ ਪੈਸੇ ਮਿਲਦੇ ਆ ਉਹਨੂੰ ਨਹੀਂ ਮਿਲਣੇ।
ਜੇਕਰ ਉਹਨਾਂ ਦਾ ਹਸਬੈਂਡ ਜਿਹੜਾ ਉਹ ਕੰਮ ਕਰਦਾ ਤਾਂ ਫਿਰ ਉਸ ਨੂੰ ਜਿਹੜਾ ਹੈ ਸਗੋਰੀ ਛਛਾਲ ਵੱਲੋਂ ਪੈਸੇ ਮਿਲਣਗੇ ਤੇ ਅਯੁੱਧਾ ਵੀ ਜਿਹੜੀ ਹੈ ਹਸਬੈਂਡ ਦੇ ਰਾਹੀਂ ਲੱਗੇਗੀ ਜੇਕਰ ਹਸਬੈਂਡ ਕੰਮ ਕਰਦਾ। ਜੇਕਰ ਦੋਨੇ ਕੰਮ ਨਹੀਂ ਕਰਦੇ ਤੇ ਇਹ ਅਯੁੱਧਾ ਜਿਹੜੀ ਆ ਉਹ ਨਹੀਂ ਮਿਲੇਗੀ। ਬਾਖਾ ਦੇ ਮਾਤਰਨੀ ਦਾਤ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ 1 ਮਹੀਨਾ ਜਿਹੜਾ ਓਬਲੀਗਾਟੋਰੀਓ ਜਿਹੜਾ ਉਹ ਰਹਿਣਾ ਪਏਗਾ ਤੇ ਉਸ ਤੇ ਵੀ ਜਿਹੜੀ ਹੈ ਤਨਖਾਹ ਪੂਰੀ ਜਿਹੜੀ ਆ ਮਿਲਦੀ ਹੈ ਜੀ। ਤੇ ਬਾਕੀ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਆ ਉਹ ਪੈਸੇ ਮਿਲਦੇ, ਪਰ ਜੇਕਰ ਲੇਡੀਜ਼ ਕੰਮ ਨਹੀਂ ਕਰਦੀ ਤੇ ਉਸ ਨੂੰ ਜਿਹੜੀ ਆ ਅਯੁੱਧਾ ਨਹੀਂ ਮਿਲੇਗੀ ਤੇ ਸਗੋਰੀ ਦਾ ਛਛਾਲ ਹੈ ਜਿਹੜੇ ਉੱਥੋਂ ਜਿਹੜੀ ਆ ਅਯੁੱਧਾ ਇਹ ਪ੍ਰਤੀਤ ਹੁੰਦੀ ਹੈ ਜੀ। ਤੇ ਜਿਹੜਾ ਹਸਬੈਂਡ ਕੰਮ ਕਰਦਾ ਉਹਨੂੰ ਜਿਹੜਾ ਖਿਸਤੌਰ ਹੈ ਜਿਹੜਾ ਉਹਦੇ ਪੈਸੇ ਦਾ ਉਹ ਹੀ ਜਿਹੜਾ ਅਪਲਾਈ ਕਰ ਦੇਵੇਗਾ ਜੀ। ਜਗੀਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਭਾਈ ਜੀ। ਲਰਨ ਸਪੈਨਿਸ਼ ਵਿਦ ਪੰਜਾਬੀ ਵੱਲੋਂ ਗੁੱਡ ਜੌਬ ਅਤੇ ਮੀਕਾ ਚੌਹਾਨ ਵੱਲੋਂ ਸਤਿ ਸ੍ਰੀ ਅਕਾਲ ਜੀ ਵੀਰ ਜੀ, ਗੁੱਡ ਜੌਬ ਬ੍ਰਦਰ ਜੀ। ਤੇ ਸੁਲਿੰਦਰ ਸਿੰਘ ਵੱਲੋਂ ਜੀ ਸਤਿ ਸ੍ਰੀ ਅਕਾਲ ਤੇ ਸੁਖਜਿੰਦਰ ਸਿੰਘ ਸੋਤਾ ਵੱਲੋਂ ਵੀ ਸਤਿ ਸ੍ਰੀ ਅਕਾਲ। ਜੰਗ ਬਹਾਦਰ ਵੱਲੋਂ ਗੁੱਡ ਨਿਊਜ਼ ਭਾਜੀ। ਪਰਮਜੀਤ ਕੌਰ ਵੱਲੋਂ ਸਤਿ ਸ੍ਰੀ ਅਕਾਲ ਤੇ ਰਣਬੀਰ ਸਿੰਘ ਵੱਲੋਂ ਜੀ ਆਈ ਲਾਈਕ ਯੂ ਰੀਡ ਸੁਭਾਸ਼ ਚੰਦਰ ਬੋਸ ਹਿਸਟੋਰੀਆ ਗ੍ਰਾਸੀਅਸ, ਥੈਂਕ ਯੂ ਭਾਜੀ। ਤੇ ਇਜਾਜ਼ ਅਹਿਮਦ ਵੱਲੋਂ ਕਿਹਾ ਗਿਆ ਵੀਰ ਜੀ ਕੋਈ ਹੱਲ ਹੈ, ਮੈਂ ਜਰਮਨੀ ਜਾਣਾ ਚਾਹੁੰਦਾ, ਮੇਰੀ ਪਾਰੋ ਲੱਗੀ ਹੈ, ਜਰਮਨੀ ਜਾ ਕੇ ਪੇਪਰ ਹੋ ਜਾਣ ਤੱਕ ਪਾਰੋ 8 ਮਹੀਨੇ ਦੀ ਪਾਰੋ ਵੀ। ਥੋੜਾ ਜਿਹਾ ਕਮੈਂਟ ਤੁਹਾਡਾ ਪੂਰਾ ਸਮਝ ਨਹੀਂ ਆਇਆ, ਪਰ ਜਿੱਥੇ ਤੱਕ ਮੇਰਾ ਖਿਆਲ ਹੈ ਤੁਸੀਂ ਇਹ ਕਿਹਾ ਕਿ ਤੁਹਾਡੀ ਪਾਰੋ ਜਿਹੜੀ ਲੱਗੀ ਹੈ ਤੇ ਜਰਮਨੀ ਜਾ ਕੇ ਵੀ ਤੁਹਾਡੀ 8 ਮਹੀਨੇ ਦੀ ਜਿਹੜੀ ਪਾਰੋ ਲੱਗੀ ਰਹੇਗੀ ਜਾਂ ਤੁਹਾਨੂੰ ਮਿਲਦੀ ਰਹੇਗੀ, ਉਹਦੇ ਵਿੱਚ ਕੋਈ ਹੋਰ ਪੰਗਾ ਤਾਂ ਨਹੀਂ ਪਊਗਾ। ਇਹੀ ਜਿਹੜਾ ਗੱਲ ਦਾ ਜਵਾਬ ਆ ਮੈਂ ਰਿਪੀਟ ਕਰ ਦਿੰਦਾ ਕਿ ਜਿਹੜਾ 3 ਮਹੀਨੇ ਬਾਅਦ ਜਿਹੜੀ ਨਿਊ ਹੁੰਦੀ ਆ ਉਹ ਤੁਸੀਂ ਜਿਹੜੇ ਉਹ ਆਨਲਾਈਨ ਹੀ ਨਿਊ ਕਰ ਸਕਦੇ ਹੋ, ਜਾਂ ਕੋਈ ਵੀ ਬੰਦਾ ਜਿਹੜਾ ਹੈਗਾ ਤੁਹਾਡਾ ਸਪੇਨ ਦੇ ਵਿੱਚ 9008000046 ਤੇ ਕਾਲ ਕਰਕੇ ਉਹਦਾ ਜਿਹੜਾ ਪੇਪਰ ਹੈ ਉਹ 3 ਮਹੀਨੇ ਬਾਅਦ ਨਿਊ ਕਰਾ ਸਕਦਾ ਜੀ। ਤੇ ਇਹਦੇ ਵਿੱਚ ਕੋਈ ਗੱਲ ਨਹੀਂ ਹੈ ਤੇ ਤੁਸੀਂ ਜਰਮਨੀ ਜਾ ਕੇ ਪੇਪਰ ਚੇਂਜ ਕਰਾਉਣਾ ਚਾਹੁੰਦੇ ਆ ਤੇ ਕਰਾ ਸਕਦੇ। ਜੇਕਰ ਤੁਹਾਡੇ ਪੇਪਰ ਉੱਥੇ ਚੇਂਜ ਵੀ ਹੋ ਜਾਂਦੇ, ਤੁਸੀਂ ਉੱਥੇ ਕੰਮ ਵੀ ਕਰਦੇ, ਤਾਂ ਵੀ ਤੁਹਾਡੀ ਇੱਧਰੋਂ ਪਾਰੋ ਜਿਹੜੀ ਹੈ ਚੱਲਦੀ ਰਹਿੰਦੀ ਹੈ, ਕਿਉਂਕਿ ਜਰਮਨੀ ਅਤੇ ਸਪੇਨ ਦਾ ਜਿਹੜਾ ਸਗੋਰੀ ਛਛਾਲ ਹੈ ਹਜੇ ਤੱਕ ਇਕੱਠਾ ਨਹੀਂ ਹੈ ਜੀ। ਗੁਰਦੇਵ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਵੀਰ ਜੀ, ਮੇਰਾ ਲੜਕਾ 18 ਸਾਲ ਤੋਂ ਜ਼ਿਆਦਾ ਉਮਰ ਦਾ ਹੈ, ਫੇਰ ਤੇ ਵਾਸਤੇ ਇੰਡੀਆ ਤੋਂ ਕਿਹੜੇ ਡਾਕੂਮੈਂਟ ਮੰਗਵਾਉਣ ਦੀ ਜ਼ਰੂਰਤ ਹੈ ਦੱਸਣਾ ਜੀ। ਪਾਸਪੋਰਟ ਇੱਕ ਮੰਗਵਾਉਣਾ ਤੇ ਨਾਲ ਤੁਸੀਂ ਉਹਦਾ ਬਰਥ ਸਰਟੀਫਿਕੇਟ ਮੰਗਾ ਲਓ, ਹੋਰ ਤਾਂ ਕੋਈ ਪ੍ਰੂਫ ਨਹੀਂ ਹੁੰਦਾ ਕਿ ਉਹ ਜਿਹੜਾ ਇਹ ਦੋ ਹੀ ਪ੍ਰੂਫ ਹੁੰਦੇ ਆ ਕਿ ਇਹ ਜਿਹੜਾ ਮੇਰਾ ਬੇਟਾ ਤੇ ਮੈਂ ਮੰਗਵਾਉਣਾ ਚਾਹੁੰਦਾ। ਜਿਹੜਾ ਉਹਦੇ ਪਾਸਪੋਰਟ ਤੇ ਤੁਹਾਡਾ ਨਾਮ ਹੁੰਦਾ ਤੇ ਬਰਥ ਸਰਟੀਫਿਕੇਟ ਜਿਹੜਾ ਉਹਨੂੰ ਮੰਗਾ ਲਓ ਜੀ। ਸਰਦਾਰ ਸਿੰਘ ਵੱਲੋਂ ਜੀ ਭਾਜੀ ਸਤਿ ਸ਼੍ਰੀ ਅਕਾਲ, ਫਿੰਗਰਾਂ ਦਾ ਸੀਤਾ ਕਿੰਨਾ ਕੁ ਟਾਈਮ ਦਾ ਮਿਲਦਾ ਪਲੀਜ਼ ਦੱਸਿਓ ਭਾਜੀ। ਫਿੰਗਰਾਂ ਦਾ ਸੀਤਾ ਕਿੰਨੇ ਕੁ ਟਾਈਮ ਦਾ ਮਿਲਦਾ ਇਹ ਮਿਊਸੀਪੀਓ 'ਤੇ ਡਿਪੈਂਡ ਕਰਦਾ। ਬਾਰਸਲੋਨਾ ਦੀ ਜਿਹੜੀ ਮਿਊਸੀਪੀਓ ਹੈ ਉਹਨਾਂ ਦੇ ਵਿੱਚ ਕਈ ਥਾਵਾਂ ਤੇ ਜਿਹੜੇ ਸੀਤੇ ਆ ਉਹ ਮਹੀਨਾ ਡੇਢ ਜਿਹੜਾ ਹੈ ਉਸ ਤੋਂ ਬਾਅਦ ਇਸ ਟਾਈਮ ਮਿਲਦੇ ਅਗਸਤ ਮਹੀਨੇ ਕਰਕੇ। ਪਰ ਇੱਕ ਦਿਨ ਆਪਾਂ ਕੱਢ ਰਹੇ ਵਿਲਾਨੋਵਾ ਦਾ ਜਿਹੜਾ ਹੈ ਦੂਜੇ ਦਿਨ ਦਾ ਹੀ ਸੀਤਾ ਮਿਲ ਰਿਹਾ ਸੀ। ਇਸ ਤਰ੍ਹਾਂ ਪਤਾ ਕਰਨਾ ਪੈਣਾ ਵੀ ਤੁਸੀਂ ਕਿਹੜੀ ਮਿਊਸੀਪੀਓ ਤੋਂ, ਤੇ ਉਹਦਾ ਜਿਹੜਾ ਹੈ ਚੈੱਕ ਕਰਕੇ ਆਪਾਂ ਦੇਖ ਲੈਂਦੇ ਵੀ ਇਹਦਾ ਜਿਹੜਾ ਸੀਤਾ ਜਿਹੜਾ ਇਹਦੇ ਤੋਂ ਮਿਲਦਾ। ਬਾਕੀ ਇੱਕ ਕਮੈਂਟ ਜਿਹੜਾ ਰਿਪੀਟ ਕਰਦੀ ਹੈ, ਜਿਹੜਾ ਉਹਨਾਂ ਨੇ ਪੁੱਛਿਆ ਕਿ 18 ਸਾਲ ਤੋਂ ਜ਼ਿਆਦਾ ਉਮਰ ਹੈ ਤੇ ਫਿਰ ਤੇ ਵਾਸਤੇ ਇੰਡੀਆ ਤੋਂ ਡਾਕੂਮੈਂਟ ਚਾਹੀਦੇ। ਭਾਜੀ ਓਰੀਜਨਲ ਨਾ ਮੰਗਾਇਓ, ਸਿਰਫ ਫੋਟੋ ਕਾਪੀਆਂ ਹੀ ਮੰਗਾਉਣੀਆਂ ਇੰਡੀਆ ਤੋਂ, ਓਰੀਜਨਲ ਨਹੀਂ ਮੰਗਾਉਣੇ ਹੈਗੇ। ਐਵੇਂ ਹੋਰ ਪਾਸਪੋਰਟ ਇੱਥੇ ਓਰੀਜਨਲ ਮੰਗਾ ਲਓ ਤੇ ਬਾਅਦ ਵਿੱਚ ਤੁਸੀਂ ਕਹੋ ਤੁਸੀਂ ਕਿਹਾ ਹੀ ਪਾਸਪੋਰਟ ਮੰਗਾਇਓ, ਓਰੀਜਨਲ ਨਹੀਂ ਫੋਟੋ ਕਾਪੀਆਂ ਹੀ। ਸਿੰਘ ਗੁਰਪ੍ਰੀਤ ਬੱਲ ਵੱਲੋਂ ਸਤਿ ਸ਼੍ਰੀ ਅਕਾਲ ਭਾਜੀ ਤੇ ਬਲਜੀਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ। ਦਾਦਰਾ ਸਾਹਿਬ ਵੱਲੋਂ ਜੀ ਸਤਿ ਸ਼੍ਰੀ ਅਕਾਲ ਭਾਜੀ ਤੇ ਸਿੰਘ BCN ਵੱਲੋਂ ਵੀ ਸਤਿ ਸ਼੍ਰੀ ਅਕਾਲ ਤੇ ਬਲਵੀਰ ਸਿੰਘ ਵੱਲੋਂ ਬੜਾ ਲੰਬਾ ਕਮੈਂਟ ਕੀਤਾ ਗਿਆ। ਦੇਖੀਏ ਜੀ ਭਾਜੀ, ਆ ਜਿਹੜਾ ਤੁਸੀਂ ਸਮਾਚਾਰ ਦਿੱਤਾ ਸੀ ਕਿ ਇੱਕ ਫੋਨ ਆਉਂਦਾ ਹੈ ਜੋ ਬਿਜਲੀ ਤੇ ਡਿਸਕਾਊਂਟ ਦੇਣ ਬਾਰੇ ਆਖ ਕੇ ਅਕਾਊਂਟ ਨੰਬਰ ਮੰਗਦੇ ਨੇ, ਸਾਨੂੰ ਵੀ ਫੋਨ ਆਇਆ ਸੀ ਪਰ ਅਸੀਂ ਜਿਹੜਾ ਮਨਾ ਕਰ ਦਿੱਤਾ ਸੀ। ਸਾਨੂੰ ਤਾਂ ਹੁਣ ਪਤਾ ਲੱਗਿਆ ਕਿ ਉਹ ਠੱਗ ਹੈ ਤੇ ਅਸੀਂ ਤਾਂ ਬਚ ਗਏ ਨੇ। ਤਾਂ ਜੀ ਜੇਕਰ ਤੁਸੀਂ ਵੀ ਹਾਂ ਕਰ ਦਿੰਦੇ ਉਹ 13 ਲੋਕਾਂ ਨੂੰ ਲੁੱਟਿਆ ਤੇ 14ਵੇਂ ਜਿਹੜੇ ਤੁਸੀਂ ਹੋ ਜਾਣਾ ਸੀ ਤੇ ਤੁਸੀਂ ਬਚ ਗਏ ਆ ਹੁਣ, ਤੇ ਚਲੋ ਵਧੀਆ ਕੀਤਾ। ਪਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਕੰਪਨੀਆਂ ਜਿਹੜੀਆਂ ਜ਼ਰੂਰੀ ਨਹੀਂ ਕਿ ਸਾਰੇ ਫਰੋਡ ਹੈ, ਕੰਪਨੀਆਂ ਜਿਹੜੀਆਂ ਹੁੰਦੀਆਂ ਉਹ ਫੇਰ ਤੇ ਦਿੰਦੀਆਂ, ਪਰ ਉਹ ਜਿਹੜੇ ਫੇਰ ਤੇ ਹੁੰਦੀ ਆ ਉਹਦੇ ਵਿੱਚ ਜਿਹੜੇ
ਕਈ ਲੁਕਮੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਾਨੂੰ ਨਹੀਂ ਪਤਾ ਲੱਗਦਾ, ਪਰ ਤੁਹਾਨੂੰ ਸਾਰਿਆਂ ਨੂੰ ਆਪਾਂ ਸਲਾਹ ਦਿੰਦੇ ਹਾਂ ਜਿਹੜੀ ਬਿਜਲੀ ਲੈਣੀ ਇੰਦੇਸੇ ਤੋਂ ਹੀ ਬਿਜਲੀ ਲਓ। ਇੰਦੇਸਾ ਜਿਹੜੀ ਕੰਪਨੀ ਹੈ ਉਹ ਸਰਕਾਰੀ ਕੰਪਨੀ ਹੈ ਇਹਨਾਂ ਦੀ, ਤੇ ਉਸ ਤੋਂ ਹੀ ਜਿਹੜੀ ਤੁਸੀਂ ਬਿਜਲੀ ਲਓਗੇ ਤੇ ਉਹਦੇ ਜਿਹੜੇ ਬਿਲਕੁਲ ਵਾਜਬ ਰੇਟ ਹੋਣਗੇ। ਜੇ ਤੁਸੀਂ ਹੋਰ ਇੱਧਰ ਉੱਧਰ ਇਰਦ ਗਿਰਦ ਜਿਹੜਾ ਆਪਾਂ ਖਲਾਰਾ ਪਾ ਲੈਂਦੇ ਆ ਉਹਦੇ ਵਿੱਚ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਤੁਹਾਡੇ ਪੈਸੇ ਕਾਹਦੇ ਕੱਟ ਲਏ ਹੁੰਦੇ, ਤੇ ਤੁਸੀਂ ਜਦੋਂ ਬਾਖਾ ਦਿੰਦੇ ਫਿਰ ਤੁਹਾਡੇ ਤੇ ਪੈਨਾਲਿਸਾਸੀਅਨ ਕਰਕੇ ਤੁਹਾਡੇ ਪੈਸੇ ਜਿਹੜੇ ਆ ਉਹ ਕੱਟਦੇ ਰਹਿੰਦੇ ਆ। ਇਸ ਕਰਕੇ ਇੰਦੇਸੇ ਦਾ ਹੀ ਕੰਪਨੀ ਦੇ ਤੁਸੀਂ ਜਿਹੜਾ ਹੈ ਉਹ ਰੱਖੋ, ਤੇ ਕੋਈ ਵੀ ਤੁਹਾਡੇ ਘਰ ਆ ਜਾਏ ਕਿਸੇ ਨੂੰ ਵੀ ਬਿੱਲ ਨਾ ਦਿਓ, ਕੋਈ ਵੀ ਫੋਨ ਆ ਜਾਵੇ, ਕੋਈ ਵੀ ਕਰਜ਼ਾ ਮਾਫੀ ਦਾ ਆ ਜਾਏ ਜਾਂ ਜੋ ਵੀ ਆ ਜਾਵੇ, ਕਿਸੇ ਦਾ ਵੀ ਫੋਨ ਇਸ ਤਰ੍ਹਾਂ ਦਾ ਜਿਹੜਾ ਅਟੈਂਡ ਨਾ ਕਰਿਓ ਜੀ। ਰਣਧੀਰ ਸਿੰਘ ਵੱਲੋਂ ਜੀ, ਪਹਿਲਾਂ ਮੈਂ ਵੀ ਜਿਹੜਾ ਹੈ ਪੁੱਠੀਆਂ ਗੱਲਾਂ ਕਰਦਾ ਸੀ, ਪਰ ਹੁਣ ਮੈਂ ਤੁਹਾਡੇ ਆਪ ਦੇ ਨਾਲ ਹਾਂ। ਪੁੱਠੀਆਂ ਗੱਲਾਂ ਦਾ ਨਹੀਂ ਮੈਨੂੰ ਸਮਝ ਆਈ ਵੀ ਤੁਸੀਂ ਕਿਹੜੀ ਪੁੱਠੀ ਗੱਲ ਕੀਤੀ। ਤੁਸੀਂ ਸ਼ਾਇਦ ਆਪਣੇ ਕਮੈਂਟ ਦੀ ਗੱਲ ਕਰਦੇ, ਕਮੈਂਟ ਦੀ ਤੁਸੀਂ ਕਿਸੇ ਨੇ ਕਦੀ ਜ਼ਿੰਦਗੀ 'ਚ ਪੁੱਠੀ ਗੱਲ ਨਹੀਂ ਕੀਤੀ। ਆਪੋ ਆਪਣੇ ਵਿਚਾਰ ਹੁੰਦੇ ਆ ਸਾਰੇ ਗੱਲਾਂ ਦੇ। ਇੱਥੇ ਜਿਹੜਾ ਮੰਚ ਹੈ, ਇਹ ਜਿਹੜਾ ਆਪਣਾ ਜਿਹੜਾ ਚੈਨਲ ਖੋਲ੍ਹਿਆ ਇਹਦੇ ਵਿੱਚ ਤੁਹਾਨੂੰ 100% ਹੱਕ ਹੈ ਤੁਸੀਂ ਆਪਣੀ ਗੱਲ ਕਰਨ ਦਾ, ਤੁਸੀਂ ਆਪਣੀ ਗੱਲ ਰੱਖਣ ਦਾ। ਉਹਦੇ ਵਿੱਚ ਆਪਾਂ ਕਿਸੇ ਨੂੰ ਇਗਨੋਰ ਨਹੀਂ ਕਰਦੇ। ਜੋ ਵੀ ਜੇਕਰ ਤੁਸੀਂ ਕੋਈ ਗੱਲ ਕਹੀ ਹੈ ਆਜ਼ਾਦੀ ਦੀ ਇੱਦਾਂ ਦੀ ਜਾਂ ਕੋਈ ਵੀ, ਤੇ ਉਹ ਤੁਹਾਡਾ ਵਿਚਾਰ ਹੈ, ਕੋਈ ਗੱਲ ਨਹੀਂ, ਆਪਾਂ ਉਹਨੂੰ ਪ੍ਰਵਾਨ ਕੀਤਾ ਵਾ, ਤੇ ਜੇਕਰ ਸਾਡੇ ਕੋਲ ਗਲਤੀ ਹੋਏਗੀ ਤੇ ਆਪਾਂ ਉਹਨੂੰ ਸਟੱਡੀ ਕਰਾਂਗੇ। ਪਰ ਇੱਦਾਂ ਦੀ ਕੋਈ ਗੱਲ ਨਹੀਂ, ਤੁਸੀਂ ਕੋਈ ਵੀ ਪੁੱਠੀ ਗੱਲ ਨਹੀਂ ਕੀਤੀ, ਬਿਲਕੁਲ ਤੁਹਾਡੀ ਗੱਲ ਸਹੀ ਸੀ, ਤੁਹਾਡੇ ਵਿਚਾਰ ਜਿਹੜੇ ਸਹੀ ਸੀਗੇ, ਤੁਸੀਂ ਉਹ ਵਿਚਾਰਾਂ ਨੂੰ ਚੇਂਜ ਕੀਤਾ, ਤੁਹਾਡਾ ਧੰਨਵਾਦ ਹੈ ਜੀ। ਗੁਰਨਾਮ ਸਿੰਘ ਵੱਲੋਂ ਇਹਨਾਂ ਨਾਲ ਵੀ ਬੜਾ ਵੱਡਾ ਕਮੈਂਟ ਹੈ ਜੀ, 3-4 ਲਾਈਨਾਂ ਦਾ ਪੜ੍ਹਦੇ ਹਾਂ ਜੀ। ਭਾਜੀ ਮੈਂ ਇੱਕ ਰੈਸਟੋਰੈਂਟ ਤੇ ਬਿਨਾਂ ਆਲਤੇ ਤੋਂ ਕੰਮ ਲੱਗਾ ਸੀ। ਠੀਕ ਹੈ ਜੀ, ਪਹਿਲੀ ਗੱਲ ਹੋ ਗਈ। 2 ਦਿਨ ਲਾਏ ਸੀ, ਉਸ ਨੇ ਮੈਨੂੰ 1 ਮੰਥ ਬਾਅਦ 1 ਦਿਨ ਦੇ ਹੀ ਪੈਸੇ ਦਿੱਤੇ ਹਨ। 1 ਦਿਨ ਮੈਂ ਦੇ ਪੈਸੇ ਦੇਣ ਤੋਂ ਮੁੱਕਰ ਗਿਆ ਬੰਦਾ। ਮੈਂ 2 ਦਿਨ 10 ਘੰਟੇ ਜਿਹੜੇ ਆ ਉਹ ਲਗਾਤਾਰ ਕੰਮ ਕੀਤਾ। ਮੈਂ ਉਸ ਨਾਲ ਕਾਫੀ ਬਹਿਸ ਕੀਤੀ ਪਰ ਉਹ ਨਹੀਂ ਮੰਨਿਆ। ਉਹ ਕਹਿੰਦਾ ਕਰ ਲੋ ਜੋ ਕਰਨਾ, ਮੈਂ ਉਸ ਦੇ ਰੈਸਟੋਰੈਂਟ ਤੇ ਇੰਸਪੈਕਸ਼ਨ ਕਰਵਾਉਣੀ ਹੈ। ਉਹ ਬਹੁਤ ਲੋਕਾਂ ਨਾਲ ਇਸ ਤਰ੍ਹਾਂ ਕਰ ਰਿਹਾ ਹੈ। ਮੈਨੂੰ ਇੰਸਪੈਕਸ਼ਨ ਆਫਿਸ ਦਾ ਐਡਰੈਸ ਦਿਓ ਤਾਂ ਕਿ ਉਹ ਠੀਕ ਕੰਮ ਜਿਹੜਾ ਕਰੇ ਤੇ ਅੱਗੇ ਤੋਂ ਜਿਹੜਾ ਹੈ ਕਿਸੇ ਦੇ ਨਾਲ ਇਸ ਤਰ੍ਹਾਂ ਦੀ ਗੱਲ ਨਾ ਕਰੇ। ਦੇਖੋ ਜੀ, ਤੁਸੀਂ ਇੰਸਪੈਕਸ਼ਨ ਦਾ ਨੰਬਰ ਮੰਗਿਆ, ਚਲੋ ਸਾਨੂੰ ਮਜਬੂਰ ਕਰਨ ਤੇ ਭੇਜ ਦਿੰਨੀ ਆ ਤੁਹਾਨੂੰ। ਤਰਸੇਰਾ ਤੇ ਗਰਾਸੀਆ 303 311 ਲਿਖ ਕੇ ਭੇਜਤਾ ਆਪਾਂ, ਨਾਲ ਫੋਨ ਨੰਬਰ ਵੀ ਬਾਰਸਲੋਨਾ ਦਾ ਹੈ ਜੀ। ਪਰ ਦੇਖੋ, ਪਹਿਲੀ ਗੱਲ, ਜੇਕਰ ਤੁਸੀਂ ਜਿਹੜਾ ਕਮੈਂਟ ਲਿਖਿਆ, ਤੁਹਾਨੂੰ ਕਿਹਨੇ ਕਿਹਾ ਸੀ ਕਿ ਤੁਸੀਂ ਉਹਨਾਂ ਕੋਲ ਬਗੈਰ ਆਲਤੇ ਦੇ ਕੰਮ ਕਰੋ? ਇਹ ਕਿਸੇ ਨੇ ਨਹੀਂ ਤੁਹਾਨੂੰ ਕਿਹਾ ਸੀ, ਤੁਸੀਂ ਖੁਦ ਜਿਹੜਾ ਉੱਥੇ ਕੰਮ ਕੀਤਾ। ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਹੈ 10 ਘੰਟੇ ਲਾਏ ਆ। ਫਿਰ ਉਸ ਤੋਂ ਬਾਅਦ 1 ਮਹੀਨਾ ਵੀ ਵੇਟ ਕੀਤਾ। ਇਹਦੇ ਵਿੱਚ ਜਿਹੜੇ ਕੋਈ ਵੀ ਤੁਹਾਡੇ ਜਿਹੜਾ ਹੈਗਾ ਉਹ ਸਾਰੀਆਂ ਹੀ ਗੱਲਾਂ ਗਲਤ, ਭਾਵੇਂ ਉਹਨੇ ਹੀ ਕੀਤੀਆਂ, ਪਰ ਉਹਨੇ ਕਿਹਾ ਪਰ ਤੁਸੀਂ ਕੀਤਾ। 2 ਦਿਨ ਦੇ ਵਾਸਤੇ ਤੁਸੀਂ ਕਿਹਾ, ਪਰ ਫਿਰ ਵੀ 1 ਦਿਨ ਦੇ ਉਹਨੇ ਜੇ ਤੁਹਾਨੂੰ ਪੈਸੇ ਦੇ ਦਿੱਤੇ ਤੇ ਦੂਜੇ ਦਿਨ ਦੇ ਨਹੀਂ ਦਿੱਤੇ। ਬਹੁਤ ਹੀ ਜ਼ਿਆਦਾ ਗੁੱਸੇ ਹੋਣ ਦੀ ਜਿਹੜੀ ਜ਼ਰੂਰਤ ਭਾਜੀ ਨਹੀਂ ਆ। ਆਪਣੇ ਕੂਲ ਡਾਊਨ ਰਹੋ, ਦਿਮਾਗ ਨੂੰ ਥੋੜਾ ਜਿਹਾ ਠੰਡਾ ਰੱਖੋ। ਇਦਾਂ ਦੀਆਂ ਜੇਕਰ ਤੁਸੀਂ ਛੋਟੀਆਂ ਗੱਲਾਂ ਦੇ ਪਿੱਛੇ ਆਪਣੀ એનર્ਜੀ ਵੇਸਟ ਕਰਨ ਲੱਗ ਪਏ ਤੇ ਤੁਸੀਂ ਤਰੱਕੀ ਤੋਂ ਬਹੁਤ ਜ਼ਿਆਦਾ ਪਿੱਛੇ ਰਹਿ ਜਾਓਗੇ। ਇਹ ਛੋਟੀਆਂ ਗੱਲਾਂ ਸਾਰੀ ਹੀ ਜ਼ਿੰਦਗੀ ਦੇ ਵਿੱਚ ਘਟਦੀਆਂ ਰਹਿੰਦੀਆਂ। ਬਹੁਤ ਸਾਰੀਆਂ ਗੱਲਾਂ ਤੁਹਾਨੂੰ ਇਗਨੋਰ ਕਰਕੇ ਆਪਣਾ ਨਵਾਂ ਸਟੈਪ ਜਿਹੜਾ ਉਹ ਪੁੱਟਣਾ ਪੈਂਦਾ। ਇਸ ਕਰਕੇ ਸਾਡੀ ਸਲਾਹ, ਇਦਾਂ ਦੇ ਇੰਸਪੈਕਸ਼ਨ ਕਰਾਉਣੀ, ਮੈਂ ਆਹ ਕਰਾਉਣਾ ਉਹ ਕਰਾਉਣਾ, ਇਦਾਂ ਦੀਆਂ ਗੱਲਾਂ ਕਰਨ ਦੀ ਲੋੜ ਨਹੀਂ ਆ। ਤੁਹਾਡੇ ਕੋਲ ਟੈਲੈਂਟ ਹੈਗਾ, ਤੁਸੀਂ ਕੰਮ ਕਰਦੇ ਹੋ ਤੇ ਤੁਸੀਂ ਵਧੀਆ ਕੰਮ ਲੱਭੋ ਤੇ ਉਹਨਾਂ ਨੂੰ ਕਰਕੇ ਦਿਖਾਓ। ਤੇ ਇਹੀ ਹੀ ਜਿਹੜਾ ਉਹਨਾਂ ਦਾ ਜਿਹੜਾ 1 ਦਿਨ ਦੇ ਤੁਹਾਡੇ ਪੈਸੇ ਨਹੀਂ ਦਿੱਤੇ ਉਹਦਾ ਬਦਲਾ। ਇੰਸਪੈਕਸ਼ਨ ਕਰਾਉਂਗੇ, ਕਦੋਂ ਨੂੰ ਇੰਸਪੈਕਸ਼ਨ ਜਾਏਗੀ, ਕੀ ਹੋਏਗਾ, ਉਹ ਸਾਰਾ ਕੁਝ ਸਹੀ ਹੋਇਆ ਫਿਰ ਤੋਂ ਹੀ ਉਹ ਤੋਂ ਕੁਝ ਨਹੀਂ ਵੱਟ ਸਕਦੇ। ਤੁਸੀਂ ਸਟ੍ਰੈਸ ਵਿੱਚ ਜਿਹੜਾ ਇਹ ਕਮੈਂਟ ਲਿਖਿਆ, ਬਗੈਰ ਟੈਨਸ਼ਨ ਦੇ 1 ਮਿੰਟ ਆਪਣੇ ਕਮਰੇ ਦੇ ਵਿੱਚ ਬੈਠ ਕੇ ਦਰਵਾਜ਼ਾ ਲਾ ਕੇ ਤੇ ਕੁਰਸੀ ਤੇ ਬੈਠ ਕੇ ਇਹ ਸੋਚੋ, ਜੇਕਰ ਉਹ ਮੈਨੂੰ 1 ਦਿਨ ਦੇ ਪੈਸੇ ਨਹੀਂ ਦੇਗਾ ਤਾਂ ਮੈਨੂੰ ਕਿੰਨਾ ਘਾਟਾ ਪਏਗਾ। ਤੁਹਾਡਾ ਆਪਣਾ ਹੀ ਜਵਾਏਗਾ, ਕੋਈ ਘਾਟਾ ਨਹੀਂ ਪੈਂਦਾ। ਬਿਲਕੁਲ ਤੁਸੀਂ ਜਿਹੜੇ ਆਪਣੇ ਪੈਸੇ ਦੇਖਿਓ, ਤੁਹਾਨੂੰ ਇੱਦਾਂ ਲੱਗਣਾ ਕਿ ਮੈਂ ਪੂਰੇ ਕਰ ਲਏ। ਤੇ ਦੂਜੀ ਗੱਲ, ਜੇ ਅਸੀਂ
ਜਿੱਦਾਂ ਸਾਨੂੰ ਗੁਰੂ ਸਾਹਿਬ ਨੇ ਕਿਹਾ, ਤੁਹਾਡੀ ਜਿਹੜੀ ਮਿਹਨਤ ਹੈ ਉਹ ਕਦੀ ਵੀ ਬੇਕਾਰ ਨਹੀਂ ਜਾਏਗੀ। ਜੇਕਰ ਤੁਸੀਂ ਉੱਥੇ 10 ਘੰਟੇ ਦੇ ਉਹਨੇ ਪੈਸੇ ਨਹੀਂ ਦਿੱਤੇ, ਉਹਦਾ ਘਾਟਾ ਉਹਨੂੰ ਸਹਿਣਾ ਪਏਗਾ। ਤੁਹਾਨੂੰ ਜਿਹੜਾ ਹੈ ਜ਼ਰੂਰੀ ਨਹੀਂ ਕਿ ਉਹੀ ਪੈਸੇ ਦੇਵੇ, ਤੁਹਾਨੂੰ ਕਿਸੇ ਹੋਰ ਪਾਸਿਓਂ ਦੇਖਿਓ ਜ਼ਰੂਰ ਜਿਹੜਾ ਪ੍ਰੋਫਿਟ ਜਿਹੜਾ ਹੋਵੇਗਾ, ਜਿਹਦੀ ਉਮੀਦ ਤੁਸੀਂ ਕਦੀ ਨਹੀਂ ਕਰ ਸਕਦੇ। ਤੇ ਉਹ ਜਿਹੜਾ ਪ੍ਰੋਫਿਟ ਜਿਹੜਾ ਤੁਹਾਨੂੰ ਉਹ 10 ਘੰਟੇ ਜਿਹੜਾ ਮਿਲ ਜਾਂਦਾ। ਜਿਹੜੀ ਕੁਦਰਤ ਹੈ, ਜਿਹੜਾ ਪ੍ਰਮਾਤਮਾ ਵਾ, ਉਹ ਕਦੀ ਵੀ ਰਿਵਾਰਡ ਹੈ ਜਿਹੜਾ ਉਹ ਕਿਸੇ ਦਾ ਨਹੀਂ ਰੱਖਦਾ। ਸਾਰਿਆਂ ਨੂੰ ਹੀ ਉਹਨਾਂ ਦੀ ਮਿਹਨਤ ਦਾ ਰਿਵਾਰਡ ਮਿਲਦਾ, ਅਲੱਗ-ਅਲੱਗ ਢੰਗ ਨਾਲ ਮਿਲਦਾ। ਜ਼ਰੂਰੀ ਨਹੀਂ ਕਿ ਤੁਸੀਂ ਉਹ ਕੰਮ ਕੀਤਾ ਉਹਦਾ ਹੀ ਰਿਵਾਰਡ ਮਿਲੇ। ਹੋ ਸਕਦਾ ਜਿਹੜਾ ਅੱਜ ਕੰਮ ਕੀਤਾ ਉਹਦਾ ਜਿਹੜਾ ਰਿਵਾਰਡ ਤੁਹਾਨੂੰ ਅਗਲੇ ਸਾਲ, 2 ਸਾਲ, 3 ਸਾਲ ਬਾਅਦ ਕਿਤੇ ਜਾ ਕੇ ਵੀ ਮਿਲੇ। ਤੇ ਤੁਸੀਂ ਸਾਰਿਆਂ ਦੇ ਵਿੱਚ ਮਾਣ ਨਾਲ ਕਹਿ ਸਕਦੇ ਕਿ ਮੈਂ ਉਸ ਵੇਲੇ ਜਿਹੜਾ ਕੰਮ ਕੀਤਾ ਸੀ, ਮੈਂ ਉਸ ਤੋਂ ਆਹ ਚੀਜ਼ ਸਿੱਖੀ ਸੀ ਤੇ ਇੱਥੇ ਅਪਲਾਈ ਕੀਤੀ ਤੇ ਇੰਨੇ ਜਿਹੜੇ ਆ ਮੈਨੂੰ ਉਹਦਾ ਜਿਹੜਾ ਉਹ ਪ੍ਰੋਫਿਟ ਹੋਇਆ। ਤੇ ਇਸ ਕਰਕੇ ਇੱਕ ਦਿਨ ਦੀ ਮਿਹਨਤ ਕਰਕੇ ਤੁਸੀਂ ਸਟ੍ਰੈਸ ਨਾ ਲਓ, ਸਾਡੀ ਇਹੀ ਬੇਨਤੀ ਹੈ। ਪਰ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹੈ ਬਿਲਕੁਲ ਵੀ, ਤੇ ਤੁਸੀਂ ਇਸੇ 2 ਦਿਨਾਂ ਤੇ ਹੀ ਗੁਜ਼ਾਰਾ ਕਰਦੇ ਹੋ, ਤੇ ਸਾਨੂੰ ਉਹ ਵੀ ਦੱਸ ਦਿਓ, ਤੁਹਾਡੀ ਜਿਹੜੀ ਹੈ ਮਦਦ ਆਪਾਂ ਕਰ ਦਿੰਦੇ ਆ। ਪਰ ਸਾਡੀ ਸਲਾਹ ਹੈ ਕਿ ਤੁਸੀਂ ਜਿਹੜਾ ਸਟੈਪ ਚੱਕਣ ਦਾ ਕਿ ਉਹਨੂੰ ਮੈਂ ਇੰਸਪੈਕਸ਼ਨ ਕਰਾਉਣੀ, ਇਹਦਾ ਕੋਈ ਫਾਇਦਾ ਨਹੀਂ ਹੈਗਾ। ਆਪਣੇ ਆਪ ਨੂੰ ਕੂਲ ਡਾਊਨ ਰੱਖੋ, ਸਾਡੀ ਇਹ ਸਲਾਹ ਹੈ। ਤੇ ਚੜ੍ਹਦੀ ਕਲਾ 'ਚ ਰਹੋ। ਆਪਾਂ ਹਮੇਸ਼ਾ ਕਹੀਦਾ ਹੱਸਦੇ ਰਹੋ ਤੇ ਵਸਦੇ ਰਹੋ। ਇਹੀ ਸਾਰਾ ਜਿਹੜਾ ਤੁਹਾਡਾ ਹਾਸਾ ਜਿਹੜਾ ਤੁਹਾਡੇ ਚਿਹਰੇ ਤੇ ਰਹਿਣਾ, ਤੇ ਜਿਹੜਾ ਤੁਸੀਂ ਖੁਸ਼ੀ ਰਹਿਣਾ, ਇਹ ਬਹੁਤ ਚੀਜ਼ਾਂ ਦੀ ਦਵਾਈ ਹੈ। ਜੇਕਰ ਤੁਸੀਂ ਇਹੀ ਠੀਕ ਰੱਖੋ ਤੇ ਕਰੋਨਾ ਵਾਇਰਸ ਵੀ ਕਦੀ ਨਹੀਂ ਹੋ ਸਕਦਾ। ਜਿਹੜਾ ਬੰਦਾ ਖੁਸ਼ੀ ਰਹੇ, ਜਿਹੜਾ ਡਰਦਾ ਹੀ ਰਹਿੰਦਾ, ਕਰੋਨਾ ਵਾਇਰਸ ਵੀ ਉਹਨੂੰ ਹੀ ਜਾ ਕੇ ਫੜਦਾ। ਇਸ ਕਰਕੇ ਹਮੇਸ਼ਾ ਹੱਸਦੇ ਰਹੋ ਤੇ ਵਸਦੇ ਰਹੋ। ਸਾਡੀ ਇਹੀ ਹਮੇਸ਼ਾ ਜਿਹੜਾ ਹੈ ਤਕੀਆ ਕਲਾਮ ਜਿਹਨੂੰ ਕਹਿ ਦਿੰਦੇ ਹੁੰਦੇ, ਉਹ ਸਾਡਾ ਹਮੇਸ਼ਾ ਹੀ ਰਿਹਾ। ਹੱਸਦੇ ਰਹੋ ਪੰਜਾਬੀਓ ਤੇ ਵਸਦੇ ਰਹੋ। ਇੱਕ 2 ਦਿਨ ਦੇ ਤਾਂ ਪੰਜਾਬੀ ਉਹਦੇ ਭੁਆ ਮਾਰਦੀ ਇਹ ਚੀਜ਼ਾਂ, ਕੋਈ ਟੈਨਸ਼ਨ ਨਹੀਂ ਹੈਗਾ ਜੀ। ਤੇ ਸਾਡੇ ਇਸ ਦੇ ਨਾਲ ਹੀ ਅੱਜ ਦਾ ਜਿਹੜਾ ਕਮੈਂਟ ਹੈ ਤੇ ਅੱਜ ਦੇ ਜਿਹੜੀਆਂ ਖਬਰਾਂ ਉਹ ਸਮਾਪਤ ਹੁੰਦੀਆਂ ਜੀ। ਕੱਲ ਨੂੰ ਫਿਰ ਨਵੀਆਂ ਖਬਰਾਂ ਦੇ ਨਾਲ ਹਾਜ਼ਰ ਹੋਵਾਂਗੇ। ਕੱਲ ਨੂੰ ਫਿਰ ਆਪਾਂ ਤੁਹਾਡੇ ਜਿਹੜੇ ਹੈ ਜਵਾਬ ਦੇਵਾਂਗੇ। ਧੰਨਵਾਦ ਸਾਰਿਆਂ ਜਿਹਨਾਂ ਨੇ ਕਮੈਂਟ ਕੀਤੇ, ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਖਬਰਾਂ ਸੁਣੀਆਂ ਜੀ। ਮਿਹਰਬਾਨੀ ਸਾਰਿਆਂ ਦੀ। ਹੱਸਦੇ ਰਹੋ ਵਸਦੇ ਰਹੋ ਜੀ। ਕੱਲ ਨੂੰ ਮਿਲਦੇ ਹਾਂ ਜੀ। ਸਾਰਿਆਂ ਦਾ ਧੰਨਵਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।